ਇਹ ਜੋ ਪੰਗਤੀਆਂ ਲਿਖ ਪਾਈਆਂ ਸਨ ਗਰੁੱਪ ਅੰਦਰ, आनंद लूट ले बंदे प्रभु की बंदगी का, ना जाने कब छूट जाए साथ जिंदगी का। ਇਹ ਸਿਰਫ ਲਿਖਣ ਵਾਸਤੇ ਨਾ ਪਾਈਆਂ ਹੋਣ, ਇਹ ਖਿਆਲ ਵਿੱਚ ਵੀ ਬਣਿਆ ਰਵੇ ਵੀ ਇਹ ਜ਼ਿੰਦਗੀ ਦਾ ਸਾਥ ਛੁੱਟ ਨਾ ਜਾਵੇ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ। ਬੰਦੇ ਬੰਦਗੀ ਇਖਤਿਆਰ, ਵਾਰ ਵਾਰ ਪ੍ਰਭੂ ਦੇ ਪਿਆਰਿਆਂ ਨੇ ਕਿਹਾ ਹੈ ਵੀ ਤੁਹਾਡਾ ਜੀਵਨ ਜਾ ਰਿਹਾ ਹੈ ਮੌਤ ਵੱਲ। ਇਹ ਨਾ ਹੋਵੇ ਵੀ ਪਹਿਲਾਂ ਜ਼ਿੰਦਗੀ ਦਾ ਸਾਥ ਛੁੱਟ ਜਾਵੇ, ਮੌਤ ਆ ਜਾਵੇ, ਉਸ ਤੋਂ ਪਹਿਲਾਂ ਥੋੜਾ ਜਿਹਾ ਬੰਦਗੀ ਦਾ ਰਸ ਵੀ ਲੈ ਲਓ। ਤੇ ਬੰਦਗੀ ਉਹ ਕਰ ਸਕਦਾ ਹੈ ਪ੍ਰਭੂ ਦਾ ਨਾਮ ਉਹ ਜਪ ਸਕਦਾ ਹੈ, ਪ੍ਰਭੂ ਦਾ ਚਿੰਤਨ ਉਹ ਕਰ ਸਕਦਾ ਹੈ। ਜਿਵੇਂ ਮੈਂ ਪਿੱਛੇ ਕਿਹਾ ਹੈ ਕਿ ਜਿਹਨੂੰ ਪਿਆਸ ਹੈ, ਕਿਉਂਕਿ ਬੰਦਗੀ ਬਾਹਰ ਨਹੀਂ ਹੈ, ਬੰਦਗੀ ਤੁਹਾਡੇ ਅੰਦਰ ਹੈ। ਤੇ ਅੰਦਰ ਉਹ ਹੀ ਜਾਵੇਗਾ, ਬੰਦਗੀ ਉਹ ਹੀ ਕਰੇਗਾ ਨਾ ਜਿਹਨੂੰ ਸੰਸਾਰ ਵੱਲੋਂ ਵੈਰਾਗ ਹੋ ਗਿਆ। ਉਹਨਾਂ ਨੇ ਕੀਤੀ ਸੀ ਨਾ, ਪਰ ਸੰਸਾਰ ਵੱਲੋਂ ਵੈਰਾਗ ਹੋਣਾ ਬੜਾ ਹੀ ਕਠਿਨ ਹੈ। ਪਰਮਾਤਮਾ ਦੀ ਪਿਆਸ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਸੰਸਾਰ ਵੱਲੋਂ ਵੈਰਾਗ ਹੋ ਜਾਵੇ। ਬਿਰਹਾ ਜਿਹਨੂੰ ਕਿਹਾ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ। ਕਹਿੰਦੇ ਜੇ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ। ਉਹ ਮਰਿਆ ਹੋਇਆ ਜਿਹਦੇ ਅੰਦਰ ਵੈਰਾਗ ਪੈਦਾ ਨਹੀਂ ਹੋਇਆ, ਪ੍ਰਭੂ ਦੀ ਤੜਫ ਪੈਦਾ ਨਹੀਂ ਹੋਈ, ਪਿਆਸ ਪੈਦਾ ਨਹੀਂ ਹੋਈ। ਪਰ ਪਿਆਸ ਪੈਦਾ ਬਹੁਤਿਆਂ ਦੇ ਅੰਦਰ ਹੁੰਦੀ ਹੈ। ਜਦੋਂ ਕੋਈ ਸੰਸਾਰ ਦੇ ਵਿੱਚੋਂ ਦੁੱਖ ਮਿਲਦਾ ਹੈ, ਪਰੇਸ਼ਾਨੀਆਂ ਮਿਲਦੀਆਂ, ਆਦਮੀ ਹਾਰ ਜਾਂਦਾ ਹੈ, ਧੱਕੇ ਖਾਂਦਾ ਹੈ, ਕਿਸੇ ਨਾ ਕਿਸੇ ਕਾਰਨ ਕਰਕੇ ਆਦਮੀ ਨੂੰ ਲੱਗਦਾ ਹੈ ਕਿ ਸੰਸਾਰ ਵਿਅਰਥ ਹੈ। ਤੇ ਪਰਮਾਤਮਾ ਦੀ ਪਿਆਸ ਥੋੜੀ ਜਿਹੀ ਜਾਗਦੀ ਹੈ, ਪਰ ਪਿਆਸ ਬਣੀ ਨਹੀਂ ਰਹਿੰਦੀ। ਪਰਮਾਤਮਾ ਤੇ ਸ਼ਰਧਾ, ਸ਼ਰਧਾ ਦਾ ਕੀ ਭਾਵ ਹੈ ਕਿ ਪਰਮਾਤਮਾ ਦੀ ਹੋਂਦ ਮਹਿਸੂਸ ਹੁੰਦੀ ਵੀ ਹੈ ਕਿਤੇ, ਉਹਨੂੰ ਯਾਦ ਕਰਦਾ ਹੈ, ਪ੍ਰਾਰਥਨਾ ਕਰਦਾ, ਅਰਦਾਸ ਕਰਦਾ, ਹੋਂਦ ਮਹਿਸੂਸ ਹੁੰਦੀ ਤੇ ਤਾਂ ਹੀ ਕਰਦਾ ਵੀ ਬਚਾਓ ਮੈਨੂੰ। ਪਰ ਇਹ ਸਦਾ ਨਹੀਂ ਬਣੀ ਰਹਿੰਦੀ। ਬਹੁਤਿਆਂ ਨੂੰ ਵੈਰਾਗ ਹੁੰਦਾ ਹੈ, 99% ਲੋਕਾਂ ਨੂੰ ਵੈਰਾਗ ਹੁੰਦਾ ਹੈ,
ਬਹੁਤ ਸਾਰੇ ਘਰ ਛੱਡ ਕੇ ਵੀ ਚਲੇ ਜਾਂਦੇ ਹਨ, ਪੁਰਾਣੇ ਸਮਿਆਂ 'ਚ ਵੀ ਜਾਂਦੇ ਸਨ, ਪਰ ਉਹਨਾਂ ਵਿੱਚੋਂ 99% ਵਾਪਸ ਆ ਜਾਂਦੇ ਹਨ ਸੰਸਾਰ ਵਿੱਚ, ਕਿਉਂਕਿ ਵੈਰਾਗ ਟਿਕਦਾ ਨਹੀਂ, ਪਿਆਸ ਟਿਕਦੀ ਨਹੀਂ। ਥੋੜੇ ਚਿਰ ਵਾਸਤੇ ਹੀ ਹੁੰਦੀ। ਜਿਵੇਂ ਆਹ ਅਜੋਕੇ ਸਮੇਂ 'ਚ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ, ਇਹ ਵੀ ਕਹਿੰਦੇ ਬਚਪਨ ਦੇ ਵਿੱਚ ਘਰ-ਬਾਰ ਛੱਡ ਕੇ ਚਲੇ ਗਿਆ ਸੀ। ਦੁਖੀ ਹੋਵੇਗਾ, ਪਰੇਸ਼ਾਨ ਹੋਵੇਗਾ, ਕੋਈ ਕੰਮ ਧੰਦਾ ਨਾ ਹੋਵੇਗਾ, ਪੜ੍ਹਿਆ ਲਿਖਿਆ ਹੈ ਨਹੀਂ ਸੀ ਬਹੁਤ, ਤੇ ਬਾਹਰ ਜਦੋਂ ਆਦਮੀ ਜਾਂਦਾ ਹੈ, ਬਾਹਰ ਧੱਕੇ ਖਾਂਦਾ, ਠੋਕਰਾਂ ਮਿਲਦੀਆਂ, ਸੁਖਾਲਾ ਨਹੀਂ ਹੈ ਘਰ ਛੱਡ ਕੇ ਬਾਹਰ ਭਰਮਣ ਕਰਨਾ, ਫਿਰ ਕੁਛ ਵੀ ਕੋਲ ਨਾ ਹੋ। ਫਿਰ ਵੈਰਾਗ ਨਹੀਂ ਟਿਕਦਾ ਹੈ, ਫਿਰ ਆਦਮੀ ਨੂੰ ਸੰਸਾਰ ਪਿਆਰਾ ਲੱਗਣ ਲੱਗ ਜਾਂਦਾ, ਕਈਆਂ ਨੂੰ ਫਿਰ ਜ਼ਿਆਦਾ ਪਿਆਰਾ ਲੱਗਦਾ ਹੈ, ਇਵੇਂ ਹੀ ਹੋਇਆ ਨਾ। ਫਿਰ ਆਕਾਂਸ਼ਾ ਜ਼ਿਆਦਾ ਸੰਸਾਰ ਦੀ ਗਹਿਰੀ ਹੁੰਦੀ ਹੈ ਵੀ ਮੈਂ ਸੰਸਾਰ ਦੇ ਵਿੱਚ ਹੀ ਕੁਛ ਪਾ ਕੇ ਰਹਿਣਾ ਹੈ, ਬਾਹਰ ਤੇ ਕੁਛ ਵੀ ਨਹੀਂ। ਪਰਮਾਤਮਾ ਦੀਆਂ ਗੱਲਾਂ ਹੀ ਹੈ, ਪਰਮਾਤਮਾ ਨਜ਼ਰ ਤੇ ਆਉਂਦਾ ਨਹੀਂ। ਸਾਧੂ ਮਹਾਤਮਾ ਵੀ ਗੱਲਾਂ ਹੀ ਕਰਦੇ ਰਹਿੰਦੇ, ਕਿਤੇ ਉਹਨੂੰ ਮਿਲਦਾ ਨਹੀਂ ਹੈ ਟਿਕਾ, ਕਿਤੇ ਉਪਲਬਧੀ ਨਹੀਂ ਮਿਲਦੀ, ਤੇ ਫਿਰ ਸੰਸਾਰ ਦੀ ਵਾਸ਼ਨਾ ਬਹੁਤ ਗਹਿਰੇ ਉੱਠਦੀ ਹੈ ਵੈਰਾਗ ਤੋਂ ਬਾਅਦ। ਫਿਰ ਲੱਗਦਾ ਹੈ ਪਰ ਸੰਸਾਰ ਦੇ ਵਿੱਚ ਸਫਲ ਹੋਣਾ ਹੈ, ਕਿਸੇ ਢੰਗ ਦੇ ਨਾਲ ਕੁਛ ਪ੍ਰਾਪਤ ਕਰਨਾ, ਤੇ ਇਹਨੇ ਕੀਤਾ ਵੀ। ਕਿੱਡੀ ਗਹਿਰੀ ਹੋਵੇਗੀ ਵਾਸ਼ਨਾ, ਗਹਿਰੇ ਸੰਸਾਰ ਦੇ ਵਿੱਚ ਪਹੁੰਚ ਗਿਆ। ਹੁਣ ਮੁਕਤ ਹੋਣ ਨੂੰ ਬਹੁਤ ਸਮਾਂ ਲੱਗੇਗਾ। ਤੇ ਵੈਰਾਗ ਤੋਂ ਬਾਅਦ ਫਿਰ ਸੰਸਾਰ ਪਿਆਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ, ਜ਼ਿਆਦਾ ਲੱਗਣਾ ਸ਼ੁਰੂ ਹੋ ਜਾਂਦਾ। ਕਈ ਆਣ ਕੇ ਸੰਸਾਰ ਦੇ ਵਿੱਚ ਫਿਰ ਬਹੁਤ ਗਹਿਰੇ ਉਤਰਦੇ ਹਨ ਵੈਰਾਗ ਤੋਂ ਬਾਅਦ, ਕਿਉਂਕਿ ਵੈਰਾਗ ਤੋਂ ਬਾਅਦ ਫਿਰ ਜ਼ਿਆਦਾ ਪਿਆਰਾ ਲੱਗਦਾ, ਉਲਟਾ ਕੰਮ ਹੋ ਜਾਂਦਾ। ਤੇ ਵੈਰਾਗ ਟਿਕਦਾ ਨਹੀਂ ਹੈ। ਫਿਰ ਮੈਂ ਕਹਿ ਦਿੰਦਾ 99% ਲੋਕਾਂ ਦਾ ਵੈਰਾਗ ਨਹੀਂ ਟਿਕਦਾ। ਕਦੇ ਕਦੇ ਹੁੰਦਾ ਹੈ, ਪਿਆਸ ਲੱਗਦੀ ਹੈ, ਰੋਣਾ ਵੀ ਆਉਂਦਾ ਹੈ, ਪਰਮਾਤਮਾ ਦੇ ਅੱਗੋਂ ਅਰਦਾਸ ਵੀ ਕਰਦਾ ਹੈ, ਪ੍ਰਾਰਥਨਾ ਵੀ ਕਰਦਾ ਹੈ, ਆਦਮੀ ਅਰਜ਼ੋਈ ਕਰਦਾ ਹੈ ਵੀ ਹੁਣ ਤੂੰ ਹੀ, ਪਰ ਕੁਝ ਚਿਰ ਵਾਸਤੇ। ਪਰ ਜਿਨ੍ਹਾਂ ਨੂੰ ਵਾਸਤਵਿਕ ਦੇ ਵਿੱਚ ਪਿਆਸ ਹੁੰਦੀ ਹੈ ਨਾ, ਉਹ ਨਹੀਂ ਮੁੜਦੇ ਹਨ। ਜਿਵੇਂ ਕਹਿੰਦੇ ਹਨ ਵੀ ਗੌਤਮ ਬੁੱਧ ਘਰੋਂ ਚਲੇ ਗਏ ਸਨ, ਸਭ ਕੁਛ ਛੱਡ ਛਡਾ ਕੇ ਰਾਜ ਮਹਿਲ। ਕੁਝ ਸਮੇਂ ਦੇ ਬਾਅਦ ਉਹਨਾਂ ਦੇ ਪਿਤਾ ਦੇ ਮਿੱਤਰ ਸਨ ਦੂਸਰੇ ਰਾਜ ਦੇ ਰਾਜਾ, ਉਸ ਰਾਜ ਦੇ ਵਿੱਚ ਉਹ ਭਰਮਣ ਕਰ ਰਹੇ ਸਨ। ਤਾਂ ਉਹਨੇ ਸੋਚਿਆ ਵੀ ਹੁਣ ਇਹਨੂੰ ਅਕਲ ਆ ਗਈ ਹੋਣੀ, ਜੰਗਲਾਂ 'ਚ ਧੱਕੇ ਖਾ ਕੇ, ਠੋਕਰਾਂ ਖਾ ਕੇ, ਭੁੱਖੇ ਧਿਆਏ ਰਹਿ ਕੇ ਇਹਨੂੰ ਅਕਲ ਆ ਗਈ ਹੋਣੀ ਵੀ ਬਾਹਰ ਕੀ ਹਾਲ ਹੁੰਦਾ, ਬੜਾ ਔਖਾ ਹੈ ਜੀਣਾ। ਉਹਨੇ ਫਿਰ ਗੌਤਮ ਬੁੱਧ ਨੂੰ ਕਿਹਾ ਵੀ ਮੈਂ ਆਪਣੀ ਲੜਕੀ ਦਾ ਸ਼ਾਦੀ ਕਰ ਦਿੰਦਾ ਤੇਰੇ ਨਾਲ, ਤੇ ਇਹ ਰਾਜ ਵੀ ਤੇਰਾ, ਕਿਉਂਕਿ ਇਕੱਲੀ ਇਕੱਲੀ ਲੜਕੀ ਹੈ ਮੇਰੀ, ਤੂੰ ਸਾਂਭ। ਉਹ ਵੀ ਰਾਜ ਤੇਰਾ ਹੀ ਹੈ, ਪਿਤਾ ਮੇਰੇ ਮਿੱਤਰ ਹਨ ਤੇਰੇ, ਉਹਨੂੰ ਮੈਂ ਸਮਝਾ ਦੂੰਗਾ, ਭੁੱਲ ਚੁੱਕ ਹੋ ਜਾਂਦੀ ਕੋਈ ਗੱਲ ਨਹੀਂ, ਆ ਜਾ। ਕਹਿੰਦੇ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ, ਕਹਿੰਦਾ ਨਹੀਂ ਹੁਣ ਨਹੀਂ ਵਾਪਸ ਆਉਣਾ, ਹੁਣ ਤੇ ਜਿੱਧਰ ਤੁਰ ਪਿਆ ਹਾਂ ਨਾ, ਇਹ ਜੀ ਜਨਮ ਤੁਮਹਾਰੇ ਲੇਖੇ, ਬਸ ਉਹਦੇ ਲੇਖੇ ਲਾ ਦਿੱਤਾ, ਮਰ ਜਾਊਂਗਾ ਪਰ ਵਾਪਸ ਨਹੀਂ ਮੁੜਦਾ। ਹੁਣ ਬਹੁਤ ਕਠਿਨ ਹੈ, ਖਿਆਲ ਵਿੱਚ ਰੱਖੋ।
ਇਹ ਮਾਇਆ ਦਾ ਆਕਰਸ਼ਣ ਬਹੁਤ ਜ਼ਿਆਦਾ ਹੈ। ਇਹ ਮਾਇਆ ਮਹਾ ਠਗਨੀ ਹਮ ਜਾਨ, ਇਹ ਮਹਾ ਠਗਨੀ, ਮਹਾ ਮੋਹਣੀ, ਐਵੇਂ ਨਹੀਂ ਕਿਹਾ ਹੈ। ਇਹ ਮੋਹੰਦੀ ਹੈ, ਇਹ ਫਿਰ ਵਾਪਸ ਲੈ ਆਉਂਦੀ ਹੈ ਸੰਸਾਰ ਵਿੱਚ। ਆਦਮੀ ਵਾਰ-ਵਾਰ ਭਟਕਦਾ ਹੈ, ਬਹੁਤ ਨਿਕਲਣ ਦੀ ਕੋਸ਼ਿਸ਼ ਕਰਦੇ ਹਨ। ਬੜੀ ਪਿਆਸ ਹੁੰਦੀ ਹੈ ਕਈ ਨੌਜਵਾਨਾਂ ਨੂੰ, ਮੈਂ ਦੇਖਿਆ। ਇਉਂ ਲੱਗਦਾ ਹੈ ਵੀ ਇਹਨਾਂ ਨੇ ਹੁਣ ਛੱਡ ਦਿੱਤਾ ਸਭ ਕੁਝ, ਚੱਲ ਪਏ ਹਨ ਪ੍ਰਮਾਤਮਾ ਦੀ ਮੰਜ਼ਿਲ ਵੱਲ। ਪਰ ਕੁਛ ਕਦਮ ਚੱਲਦੇ ਹਨ, ਫਿਰ ਡਗਮਗਾ ਜਾਂਦੇ। ਫਿਰ ਪਿਛਲਾ ਪਾਸਾ ਫਿਰ ਉਹਨਾਂ ਨੂੰ ਚੰਗਾ ਲੱਗਣ ਲੱਗ ਜਾਂਦਾ, ਪ੍ਰਿਯ ਲੱਗਣ ਲੱਗ ਜਾਂਦਾ, ਪਿਆਰਾ ਲੱਗਣ ਲੱਗ ਜਾਂਦਾ। ਫਿਰ ਲੱਗਦਾ ਵੀ ਅਸੀਂ ਭੁੱਲ ਤੇ ਨਹੀਂ ਕਰ ਦਿੱਤੀ ਕਿ ਸੰਸਾਰ ਛੱਡ ਕੇ ਸੰਸਾਰ ਵੱਲੋਂ ਮੁੱਖ ਮੋੜ। ਫਿਰ ਮੁੜ ਜਾਂਦੇ ਬਹੁਤ ਸਾਰੇ ਨੌਜਵਾਨ, ਫਿਰ ਸੰਸਾਰ ਦੇ ਵਿੱਚ ਉਲਝ ਜਾਂਦੇ। ਮਾਇਆ ਚਿੱਤਰ ਵਿਚਿੱਤਰ ਮੋਹਿਤ, ਬਿਰਲਾ ਬੂਝੇ ਕੋ। ਪਰ ਪਿਆਸ ਤੋਂ ਬਿਨਾਂ ਇੱਧਰ ਚੱਲਿਆ ਨਹੀਂ ਜਾ ਸਕਦਾ। ਸੰਸਾਰ ਦੇ ਵਿੱਚੋਂ ਵੈਰਾਗ ਨਾ ਹੋਵੇ ਜਿੰਨਾ ਚਿਰ, ਉਹਨਾਂ ਚਿਰ ਤੁਸੀਂ ਅਧਿਆਤਮ ਮਾਰਗ ਤੇ ਚੱਲ ਨਹੀਂ ਸਕਦੇ, ਸੁਣ ਵੀ ਨਹੀਂ ਸਕਦੇ। ਐਸਾ ਨਹੀਂ ਹੈ ਜਿਹੜੇ ਸੁਣ ਰਹੇ ਹਨ ਸਾਰੇ ਹੀ ਸਰੋਤੇ ਗਰੁੱਪਾਂ ਦੇ ਅੰਦਰ, ਸਾਰਿਆਂ ਨੂੰ ਪਿਆਸ ਹੈ? ਨਹੀਂ, ਇਹ ਤੇ ਬਹੁਤ ਘੱਟ ਹਨ, ਉਂਗਲੀਆਂ ਤੇ ਗਿਣੇ ਜਾਣ ਯੋਗ, ਜਿਨ੍ਹਾਂ ਨੂੰ ਵਾਸਤਵਿਕ ਦੇ ਵਿੱਚ ਤੜਫ ਹੈ, ਥੋੜ੍ਹੀ ਪਿਆਸ ਹੈ। ਉਹ ਹੀ ਸੁਣਦੇ ਹਨ। ਜਿਵੇਂ ਕੱਲ੍ਹ ਪਰਸੋਂ ਹੀ ਇੱਕ ਮਾਤਾ ਜੀ ਦਾ ਟੈਲੀਫੋਨ ਆਇਆ ਸੀ, ਕਹਿੰਦੀ ਤੁਹਾਡੀ ਰਿਕਾਰਡਿੰਗ ਮੈਂ ਵਾਰ-ਵਾਰ ਸੁਣਦੀ, ਤਕਰੀਬਨ 10 ਵਾਰ ਸੁਣ ਚੁੱਕੀ ਹੈ। ਜਿੰਨੀ ਵਾਰ ਸੁਣਦੀ ਹਾਂ ਹੋਰ ਡੀਪਲੀ ਜਾ ਰਹੀ, ਹੋਰ ਗਹਿਰੇ ਜਾਣੀ। ਕੈਸੇ ਸ਼ਬਦ ਹਨ ਉਹ ਕਹਿੰਦੇ, ਜਿੰਨਾ ਸੁਣੋ ਹੋਰ ਗਹਿਰੇ, ਹੋਰ ਗਹਿਰੇ। ਪਰ ਇਹੋ ਹੀ ਸ਼ਬਦ ਕਈਆਂ ਨੂੰ ਅਸਰ ਹੀ ਨਹੀਂ ਕਰਦੇ ਹਨ। ਸ਼ਬਦ ਤੇ ਇਹੋ ਹੀ ਹਨ ਨਾ, ਉਹ ਸੁਣਦੇ ਹਨ, ਤੁਹਾਨੂੰ ਸਮਝ ਵਿੱਚ ਹੀ ਨਹੀਂ ਆਉਂਦੀ ਗੱਲ। ਇੱਕ ਕੰਨ ਥਾਣੀ ਸੁਣਦੇ, ਦੂਸਰੇ ਥਾਣੀ ਕੱਢ ਦਿੰਦੇ, ਕੋਈ ਖਿਆਲ ਹੀ ਨਹੀਂ ਸੁਣਿਆ ਨਾ ਸੁਣ। ਤੇ ਕਈਆਂ ਨੂੰ ਇਹੋ ਸ਼ਬਦ ਕੌੜੇ ਲੱਗਦੇ ਹਨ, ਜਿਨ੍ਹਾਂ ਨੂੰ ਸੰਸਾਰ ਦੇ ਨਾਲ ਮੋਹ ਹੈ, ਪਿਆਰ ਹੈ, ਇਹ ਵਾਸ਼ਨਾ ਚਾਹਤਾਂ ਹਨ ਸੰਸਾਰ ਦੀਆਂ। ਬਹੁਤ ਸਾਰੇ ਕੰਮ ਕਰਨ ਵਾਲੇ ਸੰਸਾਰ ਦੇ ਵਿੱਚ ਜੀਵਨ ਪਿਆਰਾ ਲੱਗਦਾ ਹੈ, ਉਹਨਾਂ ਨੂੰ ਤੇ ਕੌੜੇ ਲੱਗਣਗੇ ਹੀ ਨਾ, ਵੀ ਸੰਸਾਰ ਅਸੱਤ ਹੈ, ਕੂੜ ਹੈ, ਵਿਅਰਥ ਹੈ। ਉਹ ਕਿਵੇਂ ਸੁਣਨ? ਇਹੋ ਹੀ ਸ਼ਬਦ ਕਈਆਂ ਨੂੰ ਕੌੜੇ ਲੱਗਦੇ, ਉਹ ਸੁਣਨਾ ਹੀ ਨਹੀਂ ਚਾਹੁੰਦੇ। ਜੇ ਸੁਣਦੇ ਹਨ ਤੇ ਸੁਣ ਸੁਣ ਕੇ ਘਬਰਾ ਜਾਂਦੇ ਹਨ, ਕਿਤੇ ਸੰਸਾਰ ਹੀ ਨਾ ਛੁੱਟ ਜਾਵੇ। ਪਿਆਸ ਨਹੀਂ ਹੈ ਨਾ ਅੰਦਰ, ਤੇ ਜਿੰਨਾ ਚਿਰ ਪਿਆਸ ਨਹੀਂ ਹੈ, ਤੇ ਪਿਆਸ ਕਿਸੇ ਵਿਰਲੇ ਨੂੰ ਹੀ ਹੁੰਦੀ ਹੈ, ਬਹੁਤਿਆਂ ਨੂੰ ਨਹੀਂ ਹੁੰਦੀ ਹੈ। ਸੰਸਾਰ ਦੇ ਵਿੱਚ ਬਹੁਤੇ ਮੁਕਤ ਨਹੀਂ ਹੁੰਦੇ ਹੈ, ਬਹੁ ਗਿਣਤੀ ਦੇ ਵਿੱਚ। ਇਹ ਸਦੀਆਂ ਤੋਂ ਇਹ ਰੀਤ ਚੱਲੀ ਆਈ। ਇੱਥੇ ਤੇ ਕੋਟਨ ਮੇ ਨਾਨਕ ਕੋ ਨਾਰਾਇਣ ਜਿਹ ਜੀ, ਬਹੁਤ ਘੱਟ, ਕਿਉਂਕਿ ਕਠਿਨ ਹੈ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਨਿਰਲੇਪ ਹੋਣਾ ਕੋਈ ਸੁਖਾਲਾ ਨਹੀਂ ਹੈ। ਇਹ ਮੈਂ ਵਾਰ-ਵਾਰ ਕਹਿਣਾ, ਇਹ ਖੇਲ ਕਠਿਨ ਹੈ। ਬਹੁਤ ਸਾਰੇ ਪ੍ਰੇਮੀ ਸੁਣਦੇ ਹਨ, ਜਿਨ੍ਹਾਂ ਨੂੰ ਥੋੜ੍ਹੀ ਬਹੁਤੀ ਸਮਝ ਆਉਂਦੀ, ਉਹ ਸੋਚਦੇ ਹਨ ਵੀ ਦੂਸਰਿਆਂ ਨੂੰ ਵੀ ਸੁਣਾਈਏ ਵੀ ਦੂਸਰਾ ਆਦਮੀ ਧਾਰਮਿਕ ਹੈ, ਧਾਰਮਿਕ ਸਥਾਨਾਂ ਤੇ ਜਾ ਰਿਹਾ, ਵੀ ਸ਼ਾਇਦ ਖੋਜੀ ਹੋਵੇਗਾ ਪਰਮਾਤਮਾ ਦਾ।
ਉਹਨਾਂ ਦਾ ਨੰਬਰ ਐਡ ਕਰਾ ਦਿੰਦੇ ਹਨ, ਪਰ ਉਹ ਥੋੜ੍ਹਾ ਚਿਰ ਸੁਣਦੇ ਹਨ। ਹੁਣ ਉਹਨੂੰ ਪਰਮਾਤਮਾ ਦੀ ਖੋਜ ਥੋੜ੍ਹੀ ਹੈ। ਜ਼ਰੂਰੀ ਥੋੜ੍ਹੀ ਹੈ ਵੀ ਧਾਰਮਿਕ ਵਿਅਕਤੀ ਹਰ ਇੱਕ ਨੂੰ ਪਰਮਾਤਮਾ ਦੀ ਖੋਜ, ਪਰਮਾਤਮਾ ਵਾਸਤੇ ਧਾਰਮਿਕ ਸਥਾਨ 'ਤੇ ਜਾ ਰਿਹਾ। ਦਰਅਸਲ ਪਰਮਾਤਮਾ ਵਾਸਤੇ ਧਾਰਮਿਕ ਸਥਾਨ 'ਤੇ ਜਾਣ ਦੀ ਲੋੜ ਹੀ ਨਹੀਂ ਹੈ। ਜਿਹਨੂੰ ਪਰਮਾਤਮਾ ਦੀ ਖੋਜ ਹੈ ਉਹ ਧਾਰਮਿਕ ਸਥਾਨ 'ਤੇ ਨਹੀਂ ਜਾਵੇਗਾ। ਉਹਨੂੰ ਪਤਾ ਲੱਗੇਗਾ ਵੀ ਧਾਰਮਿਕ ਸਥਾਨ 'ਤੇ ਪਰਮਾਤਮਾ ਥੋੜ੍ਹੀ, ਪਰਮਾਤਮਾ ਤੇ ਅੰਦਰ ਹੈ। ਘਟ ਘਟ ਮੇਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ। ਵਾਰ ਵਾਰ ਕਿਹਾ ਹੈ, ਉਹਾਂ ਤੋਂ ਜਾਈ ਜਾ ਇਹਾਂ ਨਾ ਹੋਈ। ਉਹ ਤੇ ਤੇਰੇ ਅੰਦਰ, ਬਾਹਰ ਥੋੜ੍ਹੀ। ਤੇ ਬਾਹਰ ਥੋੜ੍ਹੀ ਖੋਜੇਗਾ ਜਿਹਨੂੰ ਪਰਮਾਤਮਾ ਨੂੰ ਪਿਆਸ। ਇਹ ਜ਼ਰੂਰ ਹੈ ਕਿ ਪ੍ਰਭੂ ਦੇ ਪਿਆਰੇ ਨੂੰ ਖੋਜੇਗਾ ਮਾਰਗ ਪੁੱਛਣ ਵਾਸਤੇ, ਵੀ ਕੋਈ ਦੱਸੇ ਰਸਤਾ ਪਿਆਰੇ ਦਾ, ਉਸ ਪ੍ਰੀਤਮ ਦਾ ਮਾਰਗ ਕੋਈ ਦੱਸੇ। ਤੇ ਉਹ ਉਹਦੀ ਖੋਜ ਕਰੇਗਾ, ਉਹਨੂੰ ਲੱਭੇਗਾ ਜਿਹਦੇ ਕੋਲ ਪੁੱਛ ਸਕੇ। ਮਾਰਗ ਦਾ ਪਤਾ ਹੋਵੇ ਤਾਂ ਹੀ ਚੱਲੇਗਾ ਨਾ। ਤੇ ਜਿਹੜਾ ਦੱਸੇਗਾ ਨਾ ਮਾਰਗ, ਉਹਦੇ ਅੰਦਰ ਉਹਦੀ ਬਹੁਤ ਕਦਰ ਹੋਵੇਗੀ। ਜੋ ਪ੍ਰਭ ਕੀ ਹਰ ਬਾਤ ਸੁਣਾਵੇ, ਕਹੋ ਨਾਨਕ ਕਿਆ ਕੀਜੈ। ਕਹਿੰਦੇ ਸੀਸ ਵੱਡੇ ਕਰ ਆਸਣ ਦੀਜੈ, ਬਿਨ ਸਿਰ ਸੇਵ ਕਰੀ। ਕੈਸੀ ਗੱਲ ਕਹਿਤੀ। ਕਹਿੰਦੇ ਕੀ ਕਰਨਾ ਚਾਹੀਦਾ। ਕਹਿੰਦੇ ਸਿਰ ਵੱਢ ਕੇ ਉਹਨੂੰ ਕਹਿ ਦੇਵੇ ਵੀ ਇੱਥੇ ਬਹਿ ਜਾ, ਬਿਨਾਂ ਸਿਰ ਤੋਂ ਸੇਵਾ ਕਰ। ਜੇ ਪ੍ਰਮਾਤਮਾ ਦੀ ਕੋਈ ਗੱਲ ਸੁਣਾਵੇ, ਗੱਲ ਦੀ ਇੰਨੀ ਕਦਰ, ਕਦਰ ਕੌਣ ਕਰੇਗਾ? ਜਿਹਨੂੰ ਪਿਆਸ ਹੋਵੇਗੀ। ਪਿਆਸ ਹੋਵੇਗੀ ਉਹ ਗੱਲ ਨੂੰ ਸਮਝੇਗਾ। ਉਹੀ ਸਮਝੇਗਾ ਨਾ ਜਿਹਨੂੰ ਪਿਆਸ ਹੋਵੇਗੀ, ਦੂਸਰਾ ਥੋੜ੍ਹੀ ਸਮਝੇਗਾ। ਤੇ ਉਹ ਹੀ ਗਹਿਰੇ ਜਾਵੇਗਾ। ਤੇ ਪਿਆਸ ਤੋਂ ਬਿਨਾਂ ਨਹੀਂ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਬੰਦਗੀ ਉਦੋਂ ਹੀ ਹੋਵੇਗੀ ਜਦੋਂ ਤੁਹਾਡੇ ਅੰਦਰ ਤੜਪ ਹੋਵੇਗੀ ਪ੍ਰਭੂ ਪਿਆਰੇ। ਬੰਦਗੀ ਦਾ ਕੀ ਅਰਥ ਹੈ? ਵੀ ਉਹਨੂੰ ਪੁਕਾਰਨਾ, ਉਹਨੂੰ ਯਾਦ ਕਰਨਾ, ਜਿਹਦੇ ਨਾਲ ਪ੍ਰੇਮ ਹੈ। ਹੱਥ ਜੋੜ ਕੇ ਮਿੰਨਤਾਂ ਤਰਲੇ ਕਰਨ। ਕੌਣ ਕਰਦਾ ਹੈ? ਉਹ ਅਗਰ ਕੋਈ ਕਰਦਾ ਵੀ ਹੈ ਤੇ ਸੰਸਾਰ ਵਾਸਤੇ ਕਰਦੇ, ਤਾਂ ਉੱਦਾਂ ਬੰਦਗੀ ਨਹੀਂ ਹੁੰਦੀ। ਤੇ ਇਹ ਤੇ ਗੱਲ ਠੀਕ ਹੈ ਵੀ ਜੀਵਨ ਜਾ ਰਿਹਾ ਹੈ, ਫਿਰ ਇਹ ਸੰਸਾਰ ਦੇ ਵਿੱਚ ਜੋ ਤੁਹਾਨੂੰ ਮਿਲਦਾ ਹੈ ਸੁੱਖ, ਉਹ ਤੇ ਕੁਝ ਵੀ ਨਹੀਂ। ਬੰਦਗੀ ਦਾ ਰਸ ਤੇ ਅਨੂਠਾ ਹੈ ਤੇ ਸਦੀਵੀ ਹੈ, ਵੀ ਉਹ ਰਸ ਇੱਕਦਮ ਨਹੀਂ ਆਵੇਗਾ। ਕਈ ਸੋਚ ਲੈਂਦੇ ਹਨ ਵੀ ਛੇਤੀ ਛੇਤੀ ਪਤਾ ਲੱਗ ਗਿਆ ਪ੍ਰਮਾਤਮਾ ਦਾ ਤੇ ਬਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਣੀ। ਨਹੀਂ, ਏਡੀ ਛੇਤੀ ਨਹੀਂ। ਬਹੁਤ ਸਮਾਂ ਲੱਗੇਗਾ, ਮਨ ਮਿਟੇਗਾ, ਵਿਚਾਰ ਖੋਣਗੇ, ਧਿਆਨ ਹਟੇਗਾ, ਬਹੁਤ ਸਮਾਂ ਲੱਗਦਾ। ਸਾਲਾਂ ਬੱਧੀ ਲੱਗੇ, ਜੀਵਨ ਲੱਗ ਸਕਦਾ ਹੈ ਪੂਰਾ ਦਾ ਪੂਰਾ। ਇਹ ਛੇਤੀ ਦਾ ਕੰਮ ਥੋੜ੍ਹੀ ਹੈ ਵੀ ਫਟਾਫਟ ਹੀ ਹੋਵੇ। ਤੇ ਕਈ ਸੋਚ ਲੈਂਦੇ ਹਨ ਛੇਤੀ ਨਾਲ, ਤੇ ਛੇਤੀ ਨਾਲ ਜਦੋਂ ਕੁਛ ਨਹੀਂ ਮਿਲਦਾ ਹੈ, ਕੁਛ ਚਿਰ ਕਰਕੇ, ਮਹੀਨਾ 2 ਮਹੀਨੇ ਧਿਆਨ ਕਰਕੇ, ਸਾਧਨਾ ਕਰਕੇ, ਸਿਮਰਨ ਕਰਕੇ, ਸਤਸੰਗ ਸੁਣ ਕੇ ਕਹਿੰਦੇ ਮਿਲਿਆ ਤਾਂ ਕੁਝ ਵੀ ਨਹੀਂ, ਛੱਡੋ ਪਰ ਇੱਥੇ ਨਹੀਂ ਮਿਲਣਾ ਕੋਈ। ਐਡੀ ਛੇਤੀ ਥੋੜ੍ਹੀ। ਜਿੰਨੀ ਬਹੁ ਮੱਲਿਓ
ਵਸਤੂ ਹੋਵੇਗੀ ਨਾ, ਉਨੀ ਕੀਮਤ ਚੁਕਾਉਣੀ ਪੈਂਦੀ। ਖਿਆਲ ਵਿੱਚ ਰੱਖੋ, ਪਰਮਾਤਮਾ ਦਾ ਨਾਮ ਬੜਾ ਬਹੁਮੁੱਲ ਹੈ। ਉਹਦੇ ਵਾਸਤੇ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ। ਐਵੇਂ ਥੋੜ੍ਹੀ ਮਿਲੇਗਾ, ਸਸਤੇ ਦਾਮ ਦੇ ਥੋੜ੍ਹੀ ਮਿਲਦਾ। ਬਹੁਤ ਮਹਿੰਗਾ, ਬਹੁਤ ਕਠਿਨ ਹੈ। ਇਸ ਕਰਕੇ ਉਹਦਾ ਨਾਮ ਲੈਣਾ ਵੀ ਕਠਿਨ ਹੈ। ਕਹਿੰਦੇ ਨੇ ਆਖਣ ਔਖਾ ਸਾਚਾ ਨਾਮ, ਬੜਾ ਔਖਾ ਹੈ। ਸਾਚਾ ਨਾਉ ਆਖਣ ਔਖਾ। ਉੱਦਾਂ ਤੇ ਵਾਹਿਗੁਰੂ ਵਾਹਿਗੁਰੂ ਕਰਨ ਤੇ ਬੜਾ ਸਿਖਾਲਾ ਹੈ, ਲੋਕ ਕਰੀ ਜਾਂਦੇ ਹਨ। ਫਿਰ ਇਹਦਾ ਕੀ ਮਤਲਬ ਹੋਇਆ? ਰਾਮ ਰਾਮ ਕਰੀ ਜਾਂਦੇ ਹਨ, ਅੱਲਾਹ ਅੱਲਾਹ ਕਰੀ ਜਾਂਦੇ। ਔਖਾ ਤੇ ਨਹੀਂ ਹੈ ਉਹਨਾਂ ਨੂੰ? ਨਹੀਂ, ਪੂਰੇ ਤਨ ਪ੍ਰਾਣ ਨਾਲ, ਰੋਏ ਰੋਏ ਦੇ ਵਿੱਚੋਂ ਅੱਲਾਹ ਦੀ ਪੁਕਾਰ ਉੱਠੇ, ਵਾਹਿਗੁਰੂ ਦੀ ਆਵਾਜ਼ ਉੱਠੇ, ਰਾਮ ਦੀ ਧੁਨ ਉੱਠੇ, ਪੂਰੇ ਪ੍ਰਾਣ ਦੇ ਵਿੱਚ। ਉਹ ਉੱਠਣੀ ਔਖੀ ਹੈ, ਕਿਉਂਕਿ ਜਿੰਨਾ ਚਿਰ ਬਾਹਰ ਤੋਂ ਧਿਆਨ ਨਹੀਂ ਹਟਦਾ ਹੈ, ਪੂਰੇ ਪ੍ਰਾਣ ਨਾਲ ਕਿਵੇਂ ਹੋਵੇਗਾ? ਸਾਚਾ ਨਾਮ ਸੁਣਨਾ ਹੀ ਔਖਾ ਹੈ ਪਹਿਲੀ ਗੱਲ ਤੇ। ਸਾਚੇ ਨਾਮ ਦਾ ਉਪਦੇਸ਼ ਸੁਣਨਾ ਔਖਾ ਹੈ। ਸੱਚ ਨੂੰ ਸੁਣਨਾ ਬੜਾ ਹੀ ਔਖਾ ਹੈ, ਕਠਿਨ ਹੈ। ਕੌਣ ਸੁਣਦਾ ਹੈ? ਦੇਖੋ ਹੁਣ ਬਾਬੇ ਨਾਨਕ ਨੇ ਬਹੁਤ ਵਾਰਾਂ ਕਿਹਾ ਹੈ ਬਾਣੀ ਦੇ ਅੰਦਰ, ਸੰਸਾਰ ਝੂਠ ਹੈ, ਅਸਤ ਹੈ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਇਹ ਜਗ ਤੂਹੇ ਕਾ ਪਹਾੜ ਤੈਂ ਸਾਚਾ ਜਾਨੀ। ਜਗ ਰਚਨਾ ਸਭ ਝੂਠ ਹੈ। ਲੋਕ ਪੜ੍ਹਦੇ ਹਨ ਪਰ ਝੂਠ ਨਹੀਂ ਲੱਗਦੇ, ਕਿਉਂਕਿ ਉਹ ਉੱਦਾਂ ਹੀ ਪੜ੍ਹ ਲੈਂਦੇ ਹਨ ਵੀ ਉੱਦਾਂ ਹੀ ਲਿਖਿਆ ਹੋਇਆ, ਉੱਦਾਂ ਹੀ ਪੜ੍ਹ ਲੈਣਾ ਹੈ ਬਸ। ਪਰ ਜਦੋਂ ਕੋਈ ਸਾਹਮਣੇ ਬੈਠਾ ਕਹਿੰਦਾ ਹੈ ਨਾ, ਸੰਸਾਰ ਝੂਠ ਹੈ, ਜਿਹਦੇ ਵਿੱਚ ਜੀ ਰਹੇ ਹੋ ਤੁਸੀਂ ਝੂਠ ਹੈ, ਜੋ ਤੁਸੀਂ ਕਰ ਰਹੇ ਹੋ ਇਹ ਵੀ ਝੂਠ ਹੈ, ਜੋ ਵੀ ਸੰਸਾਰ ਦੇ ਵਿੱਚ ਤੁਸੀਂ ਉਲਝੇ ਹੋਏ ਹੋ ਇਹ ਵਾਸਤਵਿਕ ਨਹੀਂ, ਝੂਠ ਜ਼ਿਆਦਾ ਲੱਗਦਾ। ਕਹੀਂ ਬੇਵਕੂਫੀ, ਮੂਰਖੀ। ਸੰਸਾਰ ਬੜਾ ਪਿਆਰਾ ਲੱਗਦਾ। ਆਪਣਿਆਂ ਨੂੰ ਕੌਣ ਝੂਠ ਕਹਿੰਦਾ? ਆਪਣੇ ਬੱਚੇ, ਆਪਣੇ ਪਰਿਵਾਰ ਝੂਠੇ? ਸੋਚ ਕੇ ਦੇਖੋ ਤੁਸੀਂ, ਤੁਹਾਨੂੰ ਵੀ ਨਹੀਂ ਲੱਗੇਗਾ। ਖਿਆਲ ਥੋੜ੍ਹੀ ਆਉਂਦਾ ਹੈ, ਭਾਵੇਂ ਸੁਣ ਵੀ ਲੈਂਦੇ ਹੋ ਤੁਸੀਂ ਵੀ ਝੂਠ ਹੈ, ਤੁਸੀਂ ਕਹਿੰਦੇ ਨਹੀਂ ਸੱਚੀ ਤੇ ਹੈ, ਆਹ ਸਾਹਮਣੇ ਦਿਖ ਰਹੇ। ਝੂਠ ਦਾ ਭਾਵ ਹੈ ਵੀ ਮਿਟ ਜਾਂਦਾ ਹੈ ਸਭ ਕੁਛ ਇੱਥੇ। ਨਾ ਤੁਸੀਂ ਰਹਿਣਾ, ਨਾ ਬੱਚੇ ਰਹਿਣੇ, ਨਾ ਘਰ ਰਹਿਣੇ, ਸਭ ਕੁਛ ਮਿਟ ਰਿਹਾ ਹੈ, ਹਰ ਵਕਤ ਮਿਟ ਰਿਹਾ ਹੈ। ਸਦੀਵੀ ਨਹੀਂ ਹੈ, ਥਿਰ ਨਹੀਂ ਹੈ, ਫਿਰ ਬਦਲ ਰਿਹਾ ਹੈ। ਜੋ ਕੱਲ੍ਹ ਸੀ ਉਹ ਅੱਜ ਨਹੀਂ ਹੈ, ਜੋ ਅੱਜ ਹੈ ਉਹ ਕੱਲ੍ਹ ਨਹੀਂ ਹੋਵੇਗਾ। ਝੂਠ ਦਾ ਭਾਵ ਥਿਰ ਨਹੀਂ ਹੈ, ਮਿਟ ਰਿਹਾ ਹੈ, ਤੇ ਜੋ ਮਿਟ ਹੀ ਰਿਹਾ ਹੈ ਝੂਠ ਹੀ ਹੈ। ਪਰ ਸਥੂਲ ਅੱਖਾਂ ਨਾਲ ਦੇਖ ਰਹੇ ਹੋ, ਤੁਹਾਨੂੰ ਪਤਾ ਨਹੀਂ ਲੱਗਦਾ। ਤੇ ਜਿੰਨਾ ਚਿਰ ਸੰਸਾਰ ਸੱਤ ਪ੍ਰਤੀਤ ਹੁੰਦਾ ਹੈ ਨਾ, ਚੰਗਾ ਲੱਗਦਾ ਹੈ। ਸੰਸਾਰ ਦੀਆਂ ਇੱਛਾਵਾਂ, ਕਾਮਨਾਵਾਂ, ਜ਼ਿੰਦਗੀ ਦੀਆਂ ਚਿੰਤਾਵਾਂ, ਪਰਿਵਾਰ ਦੀਆਂ ਚਿੰਤਾਵਾਂ, ਘਰ ਦੀਆਂ ਚਿੰਤਾਵਾਂ, ਸੌ ਉਲਝਣਾਂ ਹਨ ਆਦਮੀ ਨੂੰ, ਉਹਨਾਂ ਚਿਰ ਪਰਮਾਤਮਾ ਵਾਲੇ ਪਾਸੇ ਜਾਣਾ ਔਖਾ ਹੈ, ਬਹੁਤ ਕਠਿਨ ਹੈ। ਫਿਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਤੇ ਹੋਰ ਵੀ ਜ਼ਿਆਦਾ ਕਠਿਨ ਹੋ ਜਾਂਦਾ। ਇਸੇ ਕਰਕੇ ਮੈਂ ਕਹਿ ਰਿਹਾ ਹਾਂ ਨਾ, ਭਾਵੇਂ ਸੁਣਨ ਵਾਲੇ ਬਹੁਤ ਸਰੋਤੇ ਸੁਣਦੇ ਹਨ, ਗਰੁੱਪਾਂ ਤੋਂ ਬਾਹਰ ਵੀ ਸੁਣਦੇ ਹਨ ਕਿ, ਪਰ ਪਿਆਸ ਬਹੁਤ ਘੱਟ ਹੈ ਕਿਸੇ ਨੂੰ। ਫਿਰ ਸਦੀਵੀ ਟਿਕੀ ਰਵੇ ਪਿਆਸ, ਇਹ ਬੜਾ ਕਠਿਨ ਹੈ। ਇੱਕੋ ਜਿਹੀ ਬਣੀ ਰਵੇ ਪਿਆਸ, ਵੈਰਾਗ ਬਾਹਰੋਂ ਉਤਰਾ ਹੀ ਰਵੇ ਸੰਸਾਰ ਦੇ, ਇਹ ਬਹੁਤ ਕਠਿਨ ਹੈ। ਪਿਆਸ ਦੇ ਟਿਕਾ ਰਹਿਣਾ ਬਹੁਤ ਕਠਿਨ। ਕਹਿੰਦੇ ਨਾ,
पूर्ण करो हमारी आशा, तौर भजन की रहे प्यासा। ये बहुत वड्डी मंग है भी एक मेरी इच्छा पूर्ण करो परमात्मा। रजोई है, प्रार्थना है, बेनती कि तौर भजन की रहे प्यासा। देखो उन्होंने भी मंगी प्यास, भी तेरी प्यास बनी रहे भजन दी। प्यास बनी रहूगी ਤਾਂ परमात्मा चेते आऊगा, नहीं तो प्यास तो छुट छुट जाती। देखो मंग भी की मंगी, ऐसी कोई मंग मंगदा है। तोर भजन की रहे प्यासा, भी मेरे अंदरों प्यास रवे तेरे भजन दी, तेरे चिंतन दी, तेरी याद तां ही आवेगी। ਇਹ ਪਿਆਸ ਬਣੀ ਰਵੇ, ਇਹ ਅਰਦਾਸ ਵਾਸਤਵਿਕ ਦੇ ਵਿੱਚ ਇਹ ਅਰਦਾਸ ਹੈ, ਠੀਕ ਅਰਦਾਸ ਹੈ, ਠੀਕ ਬੇਨਤੀ ਹੈ ਵੀ ਤੇਰੇ ਭਜਨ ਦੀ ਪਿਆਸ ਬਣੀ ਰਵੇ। ਆਹ ਵੀ ਇਹ ਇੱਛਾ ਮੇਰੀ ਪੂਰਨ ਕਰਿਓ, ਇਹ ਰਜੋਈ ਤੇ ਪਿਆਸ ਬਣੀ ਰਹੀ ਤੇ ਤਾਂ ਪਰਮਾਤਮਾ ਚੇਤੇ ਰਵੇਗਾ, ਤਾਂ ਪਰਮਾਤਮਾ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਰਹਿਣਗੀਆਂ, ਤਾਂ ਪਰਮਾਤਮਾ ਵੱਲ ਨੂੰ ਆਦਮੀ ਹੌਲੀ ਹੌਲੀ ਜਾਵੇਗਾ। ਨਹੀਂ ਤੇ ਰਸਤੇ ਦੇ ਵਿੱਚ ਹੀ ਬਹੁਤ ਸਾਰੇ ਲੋਕ ਮੋੜ ਆਉਂਦੇ ਆ, ਜਾਂਦੇ ਜਾਂਦੇ ਮੋੜ ਆਉਂਦੇ ਆ, ਕਿਉਂਕਿ ਬਹੁਤ ਮੋਹਣੀ ਮਾਇਆ ਹੈ। ਮਾਇਆ ਚਿੱਤਰ ਵਿਚਿੱਤਰ ਮਮੋਹਿਤ, ਵਿਰਲਾ ਬੂਝੇ ਕੋਈ। ਚਾਰ ਸਵੇਰੇ ਬਹੁਤ ਰੂਪਾਂ ਦੇ ਵਿੱਚ, ਬਹੁਤ ਰੰਗਾਂ ਦੇ ਵਿੱਚ ਮੋਹਦੀ ਹੈ, ਫਿਰ ਖਿੱਚ ਲੈਂਦੀ। ਤੁਸੀਂ ਪੁਰਾਣੀਆਂ ਕਹਾਣੀਆਂ ਪੜ੍ਹਦੇ ਹੀ ਹੋ, ਰਿਸ਼ੀਆਂ ਮੁਨੀਆਂ, ਬਹੁਤ ਸਾਰੇ ਮੋੜ ਆਉਂਦੇ ਵਾਪਸ ਫਿਰ ਸੰਸਾਰ ਦੇ। ਬਹੁਤ ਆਕਰਸ਼ਣ ਹੈ ਇਹ ਮਾਇਆ ਦਾ। ਇਹ ਆਕਰਸ਼ਣ ਤੋਂ ਮੁਕਤ ਹੋਣਾ ਕੋਈ ਸੁਖਾਲਾ ਨਹੀਂ। ਆਕਰਸ਼ਣ ਤੋਂ ਮੁਕਤ ਹੋਣਾ, ਸੰਸਾਰ ਤੋਂ ਮੁਕਤ ਹੋਣਾ, ਭਵ ਜਲ ਤੋਂ ਤਰਨਾ, ਗੱਲ ਤਾਂ ਇੱਕੋ ਹੀ ਹੈ। ਮੁਕਤ ਹੋਣਾ, ਮੁਕਤ ਹੋਣ ਦਾ ਕੀ ਭਾਵ ਹੁੰਦਾ ਹੈ ਵੀ ਜਿਹੜੀ ਚੀਜ਼ ਤੋਂ ਆਪਾਂ ਮੁਕਤ ਹੋ ਜਾਂਦੇ ਉਹ ਚੀਜ਼ ਆਪਣੇ ਅੰਦਰ ਨਹੀਂ ਹੁੰਦੀ। ਮੁਕਤ ਹੋ ਗਈ ਵੀ ਉਹ ਹੈ ਹੀ ਨਹੀਂ, ਹੁਣ ਉਹਦੇ ਤੋਂ ਮੁਕਤ ਹੋ। ਇੱਦਾਂ ਹੀ ਸੰਸਾਰ ਤੋਂ ਮੁਕਤ ਹੋ ਗਏ, ਹੁਣ ਸੰਸਾਰ ਆਪਣੇ ਅੰਦਰ ਨਹੀਂ, ਤਾਂ ਹੀ ਮੁਕਤ ਹੋ। ਜੇ ਚਿੰਤਨ ਸੰਸਾਰ ਦਾ ਚੱਲ ਰਿਹਾ ਤੇ ਸੰਸਾਰ ਅੰਦਰ ਹੈ, ਮੁਕਤ ਕਿਵੇਂ ਹੋ? ਜਿੱਤੋਂ ਮੁਕਤ ਹੋਣਾ ਹੈ ਉਹ ਮੌਜੂਦ ਨਹੀਂ ਹੁੰਦਾ ਹੈ, ਤਾਂ ਹੀ ਮੁਕਤ ਹੁੰਦਾ ਹੈ ਨਾ ਆਦਮੀ। ਸੰਸਾਰ ਤੋਂ ਮੁਕਤ ਹੋਣਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬੈਠ, ਮੁਕਤ ਕਰ दो, तार दो, दूसरे पार गा दो। तो संसार जो बाहर है ਇਹਦੇ ਤੇ ਵਿੱਚ ਰਵੇਗਾ ਹੀ ਸਰੀਰ, ਪਰ ਸੰਸਾਰ ਅੰਦਰ ਨਹੀਂ ਹੋਵੇਗਾ। ਅੰਦਰੋਂ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ ਗੁਰਮੁਖ ਪਿਆਰਾ। ਉਹਦੇ ਅੰਦਰ ਸੰਸਾਰ ਦਾ ਚਿੰਤਨ ਨਹੀਂ ਹੁੰਦਾ, ਉਹ ਸੰਸਾਰ ਬਾਰੇ ਸੋਚਦਾ ਨਹੀਂ ਵੀ ਕੀ ਠੀਕ ਹੈ ਕੀ ਗਲਤ ਹੈ, ਕੌਣ ਆਪਣਾ ਹੈ ਕੌਣ ਪਰਾਇਆ ਹੈ, ਕੌਣ ਚੰਗਾ ਹੈ ਕੌਣ ਮਾੜਾ ਹੈ, ਕੌਣ ਬੁਰਾ ਹੈ ਕੌਣ ਭਲਾ ਹੈ। ਉਹਨੂੰ ਕੋਈ ਲੈਣਾ ਦੇਣਾ ਨਹੀਂ, ਸਭ ਪਰਮਾਤਮਾ ਦਾ ਖੇਲ ਹੈ ਬਾਹਰ। ਤੋ ਬਹੁਤਾ ਸੋਚਦਾ ਨਹੀਂ ਸੰਸਾਰ ਬਾਰੇ, ਉਹਦਾ ਧਿਆਨ ਉਧਰ ਨੂੰ ਚਲੇ ਜਾਂਦਾ ਹੈ ਜਿਹੜਾ ਸੰਸਾਰ ਨੂੰ ਚਲਾ ਰਿਹਾ ਹੈ। ਸੰਸਾਰ ਨੂੰ ਚਲਾਉਣ ਵਾਲੇ ਵੱਲ ਧਿਆਨ ਚਲੇ ਗਿਆ, ਜੋ ਚੱਲ ਰਿਹਾ ਹੈ ਉਧਰੋਂ ਧਿਆਨ ਹਟ ਗਿਆ, ਚਲਾਉਣ ਵਾਲੇ ਵੱਲ ਚਲੇ ਗਿਆ। ਚਲਾਉਣ ਵਾਲਾ ਇੱਕੋ ਹੀ ਹੈ, ਇਸ ਕਰਕੇ ਉੱਥੇ ਮਨ ਨਹੀਂ ਚੱਲਦਾ, ਮਿਟ ਜਾਂਦਾ। ਬਾਹਰ ਸੰਸਾਰ ਦੇ ਵਿੱਚ ਮਨ ਚੱਲਦਾ ਹੈ, ਕਿਉਂਕਿ ਸੰਸਾਰ ਅਨੇਕ ਹੈ, ਪਰਮਾਤਮਾ ਇੱਕ ਹੈ। ਪਰਮਾਤਮਾ ਦੇ ਅੰਦਰ ਮਨ ਥੋੜ੍ਹੀ ਚੱਲਦਾ, ਇੱਕ ਦੇ ਅੰਦਰ ਕਿਵੇਂ ਚੱਲੂਗਾ? ਉੱਥੇ ਸੋਚਣ ਨੂੰ ਕੁਝ ਨਹੀਂ ਹੈ, ਇੱਕੋ ਹੀ ਹੈ। ਫਿਰ ਸੋਚੋਗੇ ਕਿ ਸੰਸਾਰ ਵਾਲੇ ਪਾਸੇ ਨੂੰ ਸੋਚਿਆ ਜਾ ਸਕਦਾ, ਕਿਉਂਕਿ ਅਨੇਕ ਹੈ।
ਇਸ ਕਰਕੇ ਮਨ ਚੱਲਦਾ। ਤੇ ਜਦੋਂ ਇੱਕ ਦੇ ਵਿੱਚ ਚਲੇ ਜਾਂਦਾ ਹੈ ਗੁਰਮੁਖ ਪਿਆਰਾ, ਉਦੋਂ ਦੀ ਸੋਚ ਵਿਚਾਰ ਬੰਦ ਹੋ ਜਾਂਦੀ। ਉਹਦੇ ਅੰਦਰੋਂ ਫਿਰ ਸੰਸਾਰ ਨਿਕਲ ਜਾਂਦਾ ਹੈ, ਪਰਮਾਤਮਾ ਬਿਰਾਜਮਾਨ ਹੋ ਜਾਂਦਾ ਹੈ ਉਹਦੇ ਹਿਰਦੇ ਦੇ ਅੰਦਰ। ਉਹ ਸ਼ੁੱਧ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ। ਹੁਣ ਕੋਈ ਛਾਪ ਉਹਦੇ ਅੰਦਰ ਸੰਸਾਰ ਤੇ ਨਹੀਂ, ਕੋਈ ਚਿੱਤਰ ਨਹੀਂ ਹੈ ਸੰਸਾਰ ਦਾ, ਕੋਈ ਵਿਚਾਰਧਾਰਾ ਸੰਸਾਰ ਦੇ ਨਹੀਂ, ਕੋਈ ਕਾਮਨਾ ਨਹੀਂ, ਕੋਈ ਇੱਛਾ ਨਹੀਂ ਸੰਸਾਰ। ਸੰਸਾਰ ਤੋਂ ਨਿਰਲੇਪ ਹੋ ਗਿਆ, ਮੁਕਤ ਹੋ ਗਿਆ। ਸੰਸਾਰ ਹੈ ਹੀ ਨਹੀਂ ਉਹਦੇ ਅੰਦਰ। ਬਾਹਰ ਹੈ, ਬਾਹਰ ਰਹੇਗਾ, ਉਹਦੇ ਅੰਦਰ ਨਹੀਂ। ਸੰਸਾਰ ਅੰਦਰ ਹੈ ਹਰ ਇੱਕ ਦੇ, ਬਾਹਰੋਂ ਨਹੀਂ ਸੰਸਾਰ ਨੂੰ ਛੱਡ ਕੇ ਨੱਠਣਾ ਹੈ। ਅੰਦਰ ਵਾਲੇ ਸੰਸਾਰ ਨੂੰ ਕੱਢਣਾ ਹੈ ਬਾਹਰ, ਅੰਦਰੋਂ ਸਫਾਈ ਕਰਨੀ। ਅੰਦਰ ਗੰਦਾ ਹੈ ਨਾ, ਕਹਿੰਦੇ ਅੰਦਰੋਂ ਸਫਾਈ ਕਰਨੀ। ਸੰਸਾਰ ਅੰਦਰ ਵੜ ਗਿਆ, ਸੰਸਾਰ ਦੀ ਗੰਦਗੀ ਅੰਦਰ ਹੈ, ਅੰਦਰੋਂ ਕੂੜਾ ਕਰਕਟ ਸਾਫ਼ ਕਰਨਾ। ਗਿਆਨੀ ਕੀ ਵੱਢਣੀ ਮਨੋਂ ਹੱਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਕਹਿੰਦੇ ਰੋਜ਼ ਰੋਜ਼ ਸਾਫ਼ ਕਰੇ ਅੰਦਰ। ਇਹੋ ਹੀ ਕਿਹਾ ਹੈ ਨਾ, ਰੋਜ਼ ਪਾਠ ਕਰਦੇ ਆ, ਉਹਦੇ ਅੰਦਰ ਵੀ ਇਹੋ ਕਿਹਾ ਹੈ ਵੀ ਰੋਜ਼ ਰੋਜ਼ ਸਫਾਈ ਕਰੋ। ਸੰਸਾਰ ਦੇ ਵਿਚਾਰਧਾਰਾ ਨੂੰ ਅੰਦਰੋਂ ਕੱਢੋ, ਸੰਸਾਰ ਦੀਆਂ ਇੱਛਾਵਾਂ ਕਾਮਨਾਵਾਂ ਛੱਡੋ, ਅੰਦਰ ਦੀ ਸਫਾਈ ਕਰੋ। ਸੰਸਾਰ ਅੰਦਰ ਵੜ ਗਿਆ, ਅੰਦਰੋਂ ਕੱਢਣਾ ਹੈ। ਬਾਹਰ ਜੋ ਹੈ ਉਹ ਤੇ ਹੈ ਹੀ, ਉਹ ਤੇ ਜਿਹੜਾ ਜਾਵੇਗਾ ਵੀ ਸੰਸਾਰ ਤੋਂ ਦੂਰ ਨੱਠ ਕੇ ਕਿੱਧਰ ਜਾਵੇਗਾ? ਰਹਿਣਾ ਤੇ ਸੰਸਾਰ 'ਚ ਹੀ ਹੈ, ਰੋਟੀ ਪਾਣੀ ਵੀ ਖਾਣਾ, ਰਹਿਣਾ ਉਹ ਤੇ ਰਹੇਗਾ। ਬਾਹਰ ਤੋਂ ਸੰਸਾਰ ਤੇ ਬਾਹਰ ਰਹੇਗਾ ਹੀ, ਸਰੀਰ ਜਿੰਨਾ ਚਿਰ ਹੈ, ਤੇ ਬਾਹਰ ਨਹੀਂ, ਅੰਦਰ ਹੈ ਜੋ ਸੰਸਾਰ, ਉਹਦੇ ਤੋਂ ਮੁਕਤ ਹੋਣਾ। ਪਰ ਉਹ ਤੋਂ ਵੀ ਮੁਕਤ ਹੋਣਾ ਬਹੁਤ ਕਠਿਨ ਹੈ, ਸਖਾਲਾ ਨਹੀਂ। ਪਰ ਹੋ ਸਕਦਾ ਹੈ ਜੇ ਕੋਈ ਹੋਣਾ ਚਾਹਵੇ ਮੁਕਤ, ਠਾਣ ਹੀ ਲਵੇ ਕੋਈ। ਜਿਵੇਂ ਮੈਂ ਕਿਹਾ ਵੀ ਇਹ ਸੂਰਮੇ ਦੇ ਮਾਰਗ ਹੈ, ਸਾਹਸੀ ਦਾ ਮਾਰਗ। ਜਿਹੜਾ ਕਹਿ ਦਿੰਦਾ ਹੈ ਵੀ ਇਹ ਜਨਮ ਤੁਮਾਰੇ ਲੇਖੇ, ਹੁਣ ਜੋ ਵੀ ਹੋਵੇ ਪਿੱਛੇ ਨਹੀਂ ਹਟਣਾ, ਹੁਣ ਤੇ ਉਹਦੇ ਲੇਖੇ ਲਾ ਦੇਣਾ ਹੈ ਜੀਵਨ। ਜਿਹਨੇ ਜੀਵਨ ਦਿੱਤਾ ਹੈ ਉਹਦੇ ਲੇਖੇ ਜੀਵਨ ਲਾ ਦੇਣਾ ਬਸ। ਕਿਸੇ ਲੇਖੇ ਨਹੀਂ ਲਾਉਣਾ ਹੈ, ਬੱਚਿਆਂ ਦੇ ਲੇਖੇ ਨਹੀਂ ਲਾਉਣਾ ਹੈ, ਪਰਿਵਾਰ ਦੇ ਲੇਖੇ ਨਹੀਂ, ਸੰਸਾਰ ਦੇ ਲੇਖੇ। ਕਿਹਦੇ ਲੇਖੇ ਲਾ ਰਹੇ ਹੋ ਤੁਸੀਂ ਜੀਵਨ? ਕੋਈ ਬੱਚਿਆਂ ਦੇ ਲੇਖੇ ਲਾ ਦਿੰਦਾ ਹੈ, ਸਾਰੀ ਜ਼ਿੰਦਗੀ ਬੱਚਿਆਂ ਵਾਸਤੇ ਜੀਂਦਾ ਹੈ, ਕੋਈ ਪਰਿਵਾਰ ਵਾਸਤੇ ਜੀਂਦਾ ਹੈ, ਕੋਈ ਘਰ ਵਾਸਤੇ ਜੀਂਦਾ ਹੈ, ਕੋਈ ਪ੍ਰੋਪਰਟੀ ਵਾਸਤੇ ਜੀਂਦਾ ਹੈ। ਬਾਹਰ ਲੇਖੇ ਦੇ ਵਿੱਚ ਲਾ ਦਿੰਦੇ ਹੋ ਤੁਸੀਂ ਜ਼ਿੰਦਗੀ, ਜੀਵਨ ਉਹ ਵਿਅਰਥ ਜਾਂਦਾ। ਜਿਹੜਾ ਅੰਦਰ ਲੇਖੇ ਦੇ ਵਿੱਚ ਲਾਉਂਦਾ ਹੈ, ਜਿਹਨੇ ਜੀਵਨ ਦਿੱਤਾ ਹੈ, ਉਹਦੀ ਹੀ ਬੰਦਗੀ ਹੁੰਦੀ ਹੈ, ਤੇ ਉਹਦੇ ਬੰਦਗੀ ਦੇ ਵਿੱਚ ਹੀ ਵਾਸਤਵਿਕ ਦੇ ਵਿੱਚ ਆਨੰਦ ਹੈ। ਉਹ ਪਹਿਲਾਂ ਨਹੀਂ ਮਿਲਦਾ ਹੈ। ਇਹੋ ਹੀ ਕਾਰਨ ਹੈ, ਪਹਿਲਾਂ ਤੇ ਬਹੁਤ ਕਠਿਨ ਹੋਵੇਗਾ, ਕਿਉਂਕਿ ਜਿੰਨਾ ਚਿਰ ਧਿਆਨ ਨਹੀਂ ਹਟਦਾ ਹੈ ਉਹਦੇ ਵਿੱਚ ਧਿਆਨ ਜੁੜਦਾ ਨਹੀਂ ਹੈ ਪੂਰਾ, ਉਹਨਾਂ ਚਿਰ ਉਹਦੇ ਬੰਦਗੀ ਦਾ ਰਸ ਨਹੀਂ ਆਉਂਦਾ। ਸੰਸਾਰ ਵੱਲੋਂ ਪੂਰਾ ਧਿਆਨ ਹਟ ਗਿਆ ਜਿਹਦਾ, ਪਰਮਾਤਮਾ ਵੱਲ ਜੁੜ ਗਿਆ, ਤੇ ਫਿਰ ਰਸ ਆਉਂਦਾ ਹੈ। ਟੋਟਲ ਹਟ ਗਈ, ਟੋਟਲ ਹਟਣ ਨੂੰ ਟਾਈਮ ਲੱਗੇਗਾ, ਉਹਨਾਂ ਚਿਰ ਤੇ ਰਸ ਆਵੇਗਾ ਨਹੀਂ, ਬੇਰਸ ਜ਼ਿਆਦਾ ਹੋਵੇਗੀ, ਵੈਰਾਗ ਵੀ ਆਵੇਗਾ, ਤੜਫ ਵੀ ਉੱਠੇਗੀ ਬਹੁਤ। ਜਿਵੇਂ ਫਰੀਦ ਜੀ ਕਹਿ ਰਹੇ ਹਨ, ਇਹ ਦੋ ਨੈਣਾ ਮਤ ਸੂਹੋ ਫਿਰ ਦੇਖਣ ਕੀ ਆਸ। ਦੇਖੋ ਕਿੰਨੀ ਪਿਆਸ ਹੋਵੇਗੀ ਫਰੀਦ ਜੀ ਦੇ ਅੰਦਰ, ਕੈਸੀ ਅਵਸਥਾ ਹੋਗੀ ਉਹਨਾਂ ਦੀ, ਤਾਂ ਵੀ ਆਸਾ ਨਹੀਂ ਛੱਡ ਰਹੇ ਹਨ, ਪਿਆਰੇ ਨੂੰ ਦੇਖਣ ਦੀ ਆਸਾ। ਦੇਖੋ ਇਹ ਹੈ ਪਿਆਸ,
ਸਭ ਕੁਝ ਗਵਾ ਲਿਆ, ਸਰੀਰ ਪਿੰਜਰ ਬਣ ਗਿਆ, ਹੱਡੀ ਹੱਡੀ ਹੋ। ਕਹਿੰਦੇ ਨਹੀਂ, ਪਿਆਰੇ ਨੂੰ ਦੇਖਣ ਦੀ ਅਜੇ ਵੀ ਆਸ। ਤੇ ਜਿਹਦੀ ਇੰਨੀ ਗਹਿਰੀ ਚਾਹਤ ਹੋਵੇ ਪਿਆਰੇ ਨੂੰ ਦੇਖਣ ਦੀ, ਤੁਹਾਨੂੰ ਹੀ ਪਿਆਰਾ ਨਜ਼ਰ ਆਉਂਦਾ ਹੈ। ਜਿਹਨੂੰ ਇੰਨੀ ਗਹਿਰੀ ਪਿਆਸ, ਜਿੰਨੀ ਗਹਿਰੀ ਪਿਆਸ ਹੋਵੇਗੀ ਉਨੇ ਹੀ ਤੁਸੀਂ ਗਹਿਰੇ ਜਾਓਗੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ। ਅੰਮ੍ਰਿਤ ਦਾ ਅਰਥ ਹੁੰਦਾ ਹੈ ਵੀ ਮ੍ਰਿਤੂ ਤੇ ਰਹਿਤ ਹੋ ਜਾਂਦਾ। ਅੰਮ੍ਰਿਤ, ਉਹ ਅੰਮ੍ਰਿਤ ਮਿਲ ਜਾਂਦਾ, ਉਹ ਅੰਮ੍ਰਿਤ ਤੁਹਾਡੇ ਅੰਦਰ ਹੀ। ਅੰਮ੍ਰਿਤ ਨਾਮ ਨਿਦਾਨ ਹੈ, ਪੀਵੋ। ਉਹ ਖਜ਼ਾਨਾ ਤੁਹਾਡੇ ਅੰਦਰ। ਪਰ ਸੰਸਾਰ ਪਹਿਲਾਂ ਹੈ, ਉਹ ਖਜ਼ਾਨਾ ਪਿੱਛੇ। ਸੰਸਾਰ ਤੋਂ ਪਿੱਛੇ ਖਜ਼ਾਨਾ ਹੈ, ਖਿਆਲ ਵਿੱਚ ਰੱਖੋ। ਉਹ ਅੰਮ੍ਰਿਤ ਪਿੱਛੇ ਹੈ, ਸੰਸਾਰ ਬਾਹਰ ਹੈ। ਮਨ ਪਹਿਲਾਂ ਆਵੇਗਾ, ਉਸ ਤੋਂ ਪਿੱਛੇ ਉਹ ਖਜ਼ਾਨਾ, ਉਹ ਅੰਮ੍ਰਿਤ ਆਵੇ। ਇਸ ਕਰਕੇ ਸੰਸਾਰ ਨੂੰ ਅੰਦਰੋਂ ਕੱਢੋ, ਸਫਾਈ ਕਰੋ, ਉਹ ਖਜ਼ਾਨੇ ਨੂੰ ਪ੍ਰਾਪਤ ਕਰੋ, ਉਸ ਅੰਮ੍ਰਿਤ ਨੂੰ ਪੀਓ ਤੇ ਅਮਰ ਹੋ ਜਾਓ। ਮ੍ਰਿਤੂ ਤੋਂ ਰਹਿਤ ਹੋ ਜਾਓਗੇ, ਜਨਮ ਮਰਨ ਤੋਂ ਰਹਿਤ ਹੋ ਜਾਓ।